ਹਸਤ ਖੇਲਤ ਤੇਰੇ ਦਿਉਰੇ ਆਇਆ। ਅਗਲਾ ਵਿਅੰਗ। ਕਾਫੀ ਸਮਾਂ ਪਹਿਲਾਂ ਹਰਿਆਣੇ ਦੇ ਇੱਕ ਪਿੰਡ ਵਿੱਚ ਮਰਗਤ ਦੇ ਭੋਗ ਸਮੇਂ ਕਥਾ ਕਰਨ ਵਾਸਤੇ ਮੈਨੂੰ ਜਾਣਾ ਪਿਆ। ਪਰਿਵਾਰ ਵਾਲਿਆਂ ਨੇ ਸੱਦਿਆ। ਉੱਥੇ ਜਾ ਕੇ ਪਤਾ ਲੱਗਿਆ ਕਿ ਮਰਨ ਵਾਲੀ ਇੱਕ ਨੌਜਵਾਨ ਬੀਬੀ ਸੀ ਜੋ ਛੋਟੇ ਛੋਟੇ ਬੱਚਿਆਂ ਨੂੰ ਵਿਛੋੜਾ ਦੇ ਗਈ। ਬਿਮਾਰੀ ਬਹੁਤ ਭਿਆਨਕ ਸੀ, ਸ਼ਾਇਦ ਕੈਂਸਰ ਹੋਵੇ। ਇਸ ਲਈ ਇਲਾਜ ਤੇ ਖਰਚਾ ਵੀ ਬਹੁਤ ਹੋ ਗਿਆ। ਤੰਦਰੁਸਤ ਫਿਰ ਵੀ ਨਾ ਹੋ ਸਕੀ। ਪਰਿਵਾਰ ਲਈ ਵਿਛੋੜਾ ਅਤਿਅੰਤ ਦੁਖਦਾਈ ਸੀ। ਪਰਿਵਾਰ ਆਮ ਕਰਕੇ ਤਾਂ ਸਿੱਖ ਸੀ, ਪਰ ਸਿੱਖੀ ਵੀ ਕੇਵਲ ਵਿਖਾਵੇ ਦੀ ਹੀ ਜਾਂ ਜਨਮਜਾਤ ਹੀ ਮੰਨ ਲਈ ਜਾਂਦੀ ਹੈ, ਕਿਉਂਕਿ ਗੁਰਬਾਣੀ ਤੋਂ ਅਸੀਂ ਸਾਰੇ ਅਣਜਾਣ ਹਾਂ। ਗੁਰਬਾਣੀ ਅਸੂਲਾਂ ਮੁਤਾਬਕ ਜੀਵਨ ਕਿਸੇ ਵਿਰਲੇ ਗੁਰਸਿੱਖ ਦਾ ਹੀ ਵੇਖੀਦਾ ਹੈ। ਚਲਾਣਾ ਕਰ ਗਈ ਬੀਬੀ ਦਾ ਜੀਵਨ ਸਾਥੀ ਪਤੀ ਭਾਈ ਸੁਖਦੇਵ ਸਿੰਘ ਇਹ ਕਲਪਕ ਨਾਮ ਹੈ। ਗੁਰਬਾਣੀ ਦਾ ਚੰਗਾ ਜਾਣਕਾਰ ਹੋਣ ਕਰਕੇ ਵਾਧੂ ਦੇ ਕਰਮਕਾਂਡਾਂ ਤੋਂ ਮੁਕਤ ਸੀ। ਸਪੋਕਸਮੈਨ ਅਖਬਾਰ ਵਿੱਚ ਲੇਖ ਛਪਦੇ ਰਹਿਣ ਕਾਰਨ ਕਦੀ ਕਦੀ ਮੈਨੂੰ ਫੋਨ ਕਰ ਲੈਂਦਾ ਸੀ। ਫਿਰ ਮੇਰੀਆਂ ਕਿਤਾਬਾਂ ਮੰਗਾ ਕੇ ਉਸਨੇ ਪੜ੍ਹ ਲਈਆਂ। ਔਖੇ ਸੌਖੇ ਵੇਲਿਆਂ ਵਿੱਚ ਮਿਲਾਪ ਵੀ ਹੋਣ ਲੱਗ ਪਿਆ। ਇਸੇ ਨੇੜਤਾ ਕਾਰਨ ਉਸਨੇ ਮੈਨੂੰ ਕਥਾ ਵਾਸਤੇ ਫੋਨ ਕਰਕੇ ਬੁਲਾ ਲਿਆ। ਕੀਰਤਨੀ ਜਥਾ ਜਦੋਂ ਕੀਰਤਨ ਕਰਕੇ ਹਟਿਆ ਤਾਂ ਮੈਨੂੰ ਕਥਾ ਕਰਨ ਵਾਸਤੇ ਕਿਹਾ ਗਿਆ। ਮੈਂ ਸਟੇਜ 'ਤੇ ਬੈਠ ਕੇ ਰਵਾਇਤੀ ਸਾਖੀਆਂ ਤਾਂ ਕਦੀ ਸੁਣਾਈਆਂ ਨਹੀਂ ਹਨ। ਜਿਸ ਵਾਤਾਵਰਣ, ਜਿਸ ਆਵਾਗਮਨ ਅਤੇ 84 ਲੱਖ ਜੂਨਾਂ ਦੇ ਚੱਕਰ ਵਿਊਹ ਵਿੱਚ ਪੁਜਾਰੀਆਂ ਨੇ ਸਮਾਜ ਨੂੰ ਉਲਝਾਇਆ ਹੋਇਆ ਹੈ, ਉਸ ਤੋਂ ਮੁਕਤ ਕਰਨ ਵਾਸਤੇ ਗੁਰਬਾਣੀ ਦੇ ਪ੍ਰਮਾਣ ਦੇ ਕੇ ਸਮਝਾਉਣ ਦੀ ਮੈਂ ਕੋਸ਼ਿਸ਼ ਕਰਨੀ ਸੀ। ਨਾਲ ਹੀ ਮੈਂ ਇਹ ਵੀ ਕਥਾ ਵਿੱਚ ਕਹਿ ਗਿਆ ਕਿ ਆਹ ਕੈਂਸਰ ਵਾਲਾ ਦੁਖਦਾਈ ਕੇਸ ਤਾਂ ਕਿਤੇ ਵਿਰਲਾ ਟਾਵਾਂ ਹੀ ਹੁੰਦਾ ਹੈ। ਸਭ ਤੋਂ ਭਿਆਨਕ ਕੈਂਸਰ ਦੀ ਬਿਮਾਰੀ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਲੱਗ ਚੁੱਕੀ, ਉਹ ਹੈ ਨਸ਼ੇ ਦੀ ਬਿਮਾਰੀ। ਨਸ਼ੇ ਵਿੱਚ ਨੌਜਵਾਨ ਬਹੁਤ ਘਰ ਉਜਾੜਦੇ ਹਨ, ਆਪਣੀ ਸਿਹਤ ਬਰਬਾਦ, ਆਪਣਾ ਘਰ ਬਰਬਾਦ। ਨਸ਼ੇ ਕਾਰਨ ਐਕਸੀਡੈਂਟ, ਨਸ਼ੇ ਕਾਰਨ ਖਾਮਖਾ ਦੀਆਂ ਲੜਾਈਆਂ, ਫਿਰ ਮੁਕੱਦਮੇ। ਜੇਲ੍ਹਾਂ ਵਿੱਚ ਸਰਵੇ ਕਰਕੇ ਤੱਥ ਸਾਹਮਣੇ ਆਏ ਹਨ ਕਿ 90% ਕੈਦੀ ਨਸ਼ਾ ਕਰਨ ਤੋਂ ਮਗਰੋਂ ਕਤਲ ਕਰਦੇ ਨੇ, ਲੜਾਈਆਂ ਕਰਦੇ ਨੇ, ਐਕਸੀਡੈਂਟ ਕਰਕੇ ਬਰਬਾਦ ਹੁੰਦੇ ਨੇ। ਇਸ ਨਸ਼ੇ ਨੇ ਬਹੁਤ ਕੁਝ ਬਰਬਾਦ ਕਰ ਦਿੱਤਾ ਹੈ, ਅਜੇ ਵੀ ਸੰਭਲ ਜਾਓ। ਮੈਂ ਇਸ ਗੱਲ ਦੀ ਇੱਕ ਉਦਾਹਰਣ ਦਿੱਤੀ। ਸਾਡੀ ਨੇੜੇ ਦੀ ਰਿਸ਼ਤੇਦਾਰੀ ਵਿੱਚ ਮੈਂ ਇੱਕ ਨੌਜਵਾਨ ਦੀ ਮਰਗਤ ਦੇ ਭੋਗ 'ਤੇ ਗਿਆ। 23-24 ਸਾਲ ਦਾ ਗੱਭਰੂ ਐਕਸੀਡੈਂਟ ਵਿੱਚ ਮਰ ਗਿਆ ਸੀ। ਪਰਿਵਾਰ ਦੀ ਜਾਣ ਪਛਾਣ ਵਾਲੇ ਆਏ ਹੋਏ ਸਨ। ਕਈਆਂ ਨੇ ਕੀਰਤਨ ਤੋਂ ਬਾਅਦ ਸਟੇਜ 'ਤੇ ਭਾਸ਼ਣ ਕੀਤੇ। ਮਰ ਚੁੱਕੇ ਨੌਜਵਾਨ ਦੀਆਂ ਤਾਰੀਫਾਂ ਦੇ ਪੁਲ ਬੰਨੇ। ਉਸ ਨੂੰ ਇੱਕ ਪਰਉਪਕਾਰੀ, ਸੱਚ ਦਾ ਪਹਿਰੇਦਾਰ, ਗੁਣਾਂ ਦੀ ਗੁਥਲੀ, ਭਵਿੱਖ ਦਾ ਹੋਣਹਾਰ ਲੀਡਰ ਤੱਕ ਆਖ ਕੇ ਸਲਾਹਿਆ ਗਿਆ। ਨਾਲ ਹੀ ਕਹਿ ਦੇਣਾ ਕਿ ਰੱਬ ਨੂੰ ਇਸੇ ਤਰ੍ਹਾਂ ਮਨਜ਼ੂਰ ਸੀ, ਭਾਣਾ ਤਾਂ ਮੰਨਣਾ ਹੀ ਪਵੇਗਾ। ਕਈ ਬੁਲਾਰਿਆਂ ਦੇ ਊਲ ਜਲੂਲ ਸੁਣ ਕੇ ਮੈਂ ਖੁਦ ਹੀ ਜਾ ਕੇ ਮਾਈਕ ਸਾਂਭ ਲਿਆ। ਸਾਰੇ ਮੈਨੂੰ ਜਾਣਦੇ ਸਨ। ਸਟੇਜ 'ਤੇ ਭਾਵੇਂ ਮੈਨੂੰ ਸਮਾਂ ਨਾ ਦਿੰਦੇ, ਪਰ ਬਿਨਾਂ ਲੰਮੀ ਉਡੀਕ ਤੋਂ ਮੈਂ ਖੁਦ ਹੀ ਬੋਲਣ ਵਾਸਤੇ ਖੜਾ ਹੋ ਗਿਆ। ਉਹ ਇਸ ਵਾਸਤੇ ਕਿ ਬੁਲਾਰੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਸਨ, ਕੁਰਾਹੇ ਪਾ ਰਹੇ ਸਨ। ਘਰੇਲੂ ਸੰਬੰਧ ਹੋਣ ਕਾਰਨ ਮੈਨੂੰ ਅੰਦਰਲੀ ਗੱਲ ਦਾ ਪਤਾ ਸੀ, ਸੋ ਮੈਂ ਕਹਿਣਾ ਸ਼ੁਰੂ ਕੀਤਾ। ਸਤਿਕਾਰਯੋਗ ਸਤਸੰਗੀ ਜਨੋ, ਮੈਥੋਂ ਪਹਿਲਾਂ ਕਈ ਬੁਲਾਰੇ ਬੋਲ ਚੁੱਕੇ ਹਨ, ਪਰ ਇਹ ਸਾਰੇ ਭਾਸ਼ਣ ਆਮ ਰਵਾਇਤੀ ਜਿਹੇ ਹਨ, ਸੱਚਾਈ ਤੋਂ ਕੋਹਾਂ ਦੂਰ ਹਨ। ਇੰਨੀ ਛੋਟੀ ਉਮਰ ਦਾ ਨੌਜਵਾਨ, ਨਾ ਕੋਈ ਫਰਿਸ਼ਤਾ ਸੀ, ਨਾ ਕੋਈ ਦੇਵਤਾ ਸੀ, ਨਾ ਕੋਈ ਗੁਰੂ ਪੀਰ ਸੀ। ਹਾਂ, ਚੰਗਾ ਸੀ, ਪੜ੍ਹਿਆ ਲਿਖਿਆ ਸੀ, ਵਿਚਾਰ ਵੀ ਚੰਗੇ ਸਨ, ਪਰ ਨਾਲ ਹੀ ਬੁਰੀਆਂ ਆਦਤਾਂ ਦਾ ਸ਼ਿਕਾਰ ਸੀ। ਸ਼ਰਾਬ ਨਿਤ ਦਿਨ ਪੀਂਦਾ ਸੀ ਤੇ ਸ਼ਰਾਬੀ ਇਕੱਠੇ ਹੋ ਕੇ ਖਰਮਸਤੀਆਂ ਵੀ ਕਰਦੇ ਸਨ। ਜਿਸ ਦਿਨ ਐਕਸੀਡੈਂਟ ਹੋਇਆ ਹੈ, ਉਸ ਦਿਨ ਸ਼ਰਾਬ ਵਿੱਚ ਧੁੱਤ ਹੋਏ 2 ਮੁੰਡੇ ਮੋਟਰਸਾਈਕਲ ਤੇ ਸਵਾਰ ਹੋ ਕੇ ਅਵਾਰਾਗਰਦੀ ਕਰਨ ਘਰੋਂ ਨਿਕਲੇ ਸਨ। ਪਿੰਡ ਵਾਲੀ ਛੋਟੀ ਸੜਕ ਤੋਂ ਰਾਤ ਦੇ ਸਮੇਂ ਅੰਨ੍ਹੇਵਾਹ ਤੇਜ਼ੀ ਨਾਲ ਮੋਟਰਸਾਈਕਲ ਵੱਡੀ ਸੜਕ ਤੇ ਚੜ੍ਹਾ ਦਿੱਤਾ। ਉਧਰੋਂ ਤੇਜ਼ ਸਪੀਡ ਵਿੱਚ ਟਰੱਕ ਆ ਰਿਹਾ ਸੀ। ਉਸਨੇ ਪੂਰੀ ਤਾਕਤ ਨਾਲ ਬ੍ਰੇਕ ਲਾਈ, ਪਰ ਇਹਨਾਂ ਮੁੰਡਿਆਂ ਨੂੰ ਬਚਾ ਨਾ ਸਕਿਆ। ਇੱਕ ਦੀ ਥਾਂ ਮੌਤ ਹੋ ਗਈ, ਦੂਜਾ ਹਸਪਤਾਲ ਵਿੱਚ ਜਾ ਕੇ ਦਮ ਤੋੜ ਗਿਆ। ਵਿਚਾਰਾ ਟਰੱਕ ਵਾਲਾ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ। ਚਾਹੀਦਾ ਤਾਂ ਇਹ ਸੀ ਕਿ ਤੁਸੀਂ ਆਪਣੇ ਪੁੱਤਰਾਂ ਨੂੰ ਸ਼ਰਾਬ ਆਦਿ ਨਸ਼ਿਆਂ ਤੋਂ ਰੋਕਦੇ, ਪਰ ਤੁਸੀਂ ਕੀ ਰੋਕਣਾ ਸੀ। ਤੁਹਾਡੇ ਵਿੱਚੋਂ ਤਾਂ ਬਹੁਤੇ ਖੁਦ ਨਸ਼ਿਆਂ ਦੀ ਖੁੱਲ੍ਹੀ ਵਰਤੋਂ ਕਰਦੇ ਹਨ। ਰਾਤਾਂ ਨੂੰ ਬਾਹਰ ਨਾ ਜਾਣ ਦਿੰਦੇ, ਸ਼ਰਾਬ ਪੀ ਕੇ ਮੋਟਰਸਾਈਕਲ ਚਲਾਉਣ ਤੋਂ ਰੋਕਦੇ,
GT ਰੋਡ ਤੇ ਚੜ੍ਹਨ ਤੋਂ ਪਹਿਲਾਂ ਸਪੀਡ ਬ੍ਰੇਕਰ ਲਗਵਾਉਂਦੇ ਤਾਂ ਕਿ ਮਜਬੂਰੀ ਬਸ ਹਰ ਇੱਕ ਨੂੰ ਵੱਡੀ ਸੜਕ ਤੇ ਚੜ੍ਹਨ ਲੱਗਿਆਂ ਆਪਣੀ ਗੱਡੀ ਦੀ ਸਪੀਡ ਘੱਟ ਕਰਨੀ ਪਵੇ। ਇਹ ਰੱਬ ਦਾ ਭਾਣਾ ਨਹੀਂ ਹੈ, ਤੁਹਾਡੀ ਨਾਸਮਝੀ ਹੈ। ਇਹਨਾਂ ਮੁੰਡਿਆਂ ਦੀ ਗਲਤੀ ਹੈ। ਅਜੇ ਵੀ ਸੰਭਲ ਜਾਓ ਤਾਂ ਕਿ ਹੋਰ ਮੁੰਡਿਆਂ ਦੀ ਜਾਨ ਬਚਾਈ ਜਾ ਸਕੇ। ਇਸ ਤੋਂ ਮਗਰੋਂ ਹੋਰ ਕੋਈ ਨਹੀਂ ਬੋਲਿਆ। ਸਟੇਜ ਤੇ ਸਾਰੇ ਨੀਵੀਆਂ ਪਾਈ ਬੈਠੇ ਰਹੇ, ਆਪੋ ਆਪਣੇ ਘਰਾਂ ਨੂੰ ਚਲੇ ਗਏ। ਮੈਂ ਉਸੇ ਮੁੱਦੇ ਤੇ ਮੁੜ ਕੇ ਆਉਣਾ। ਭਾਈ ਸੁਖਦੇਵ ਸਿੰਘ ਦੇ ਘਰ ਵਿੱਚ ਵੀ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਹਾਂ ਕਿ ਆਪਣੇ ਨੌਜਵਾਨਾਂ ਨੂੰ ਬਚਾ ਲਓ। ਮੈਂ ਕਥਾ ਵਿਚਾਰ ਦੀ ਸਮਾਪਤੀ ਕੀਤੀ ਹੀ ਸੀ ਕਿ ਇੱਕ ਕੁਆਂਟਲ ਭਰ ਦੀ ਗੋਗੜ ਵਾਲਾ ਬੰਦਾ ਆ ਕੇ ਲੱਗਿਆ ਮੇਰੇ ਤੇ ਰੋਹਬ ਝਾੜਨ। ਆਖੇ ਤੂੰ ਹੁੰਦਾ ਕੌਣ ਹੈ ਇਹੋ ਜਿਹੇ ਲੈਕਚਰ ਕਰਨ ਵਾਲਾ? ਤੈਨੂੰ ਬੁਲਾਇਆ ਕਿਹਨੇ ਇੱਥੇ? ਸਾਡੇ ਘਰ ਵਿੱਚ ਇੰਨੀ ਦੁਖਦਾਈ ਮੌਤ ਹੋਊਗੀ। ਇਹ ਭਾਈ ਫਿਰਦੇ ਨੇ ਲੈਕਚਰ ਝਾੜਦੇ, ਪੈਸੇ ਬਟੋਰਦੇ। ਭਾਈ ਸੁਖਦੇਵ ਸਿੰਘ ਨੇ ਮੈਨੂੰ ਚੁੱਪ ਰਹਿਣ ਲਈ ਕਿਹਾ। ਮੈਂ ਚੁੱਪ ਹੋ ਗਿਆ। ਝਗੜਾਲੂ ਬੰਦੇ ਨੂੰ ਉਹ ਖਿੱਚ ਤੂ ਕਰਕੇ ਪਰੇ ਲੈ ਗਿਆ। ਅਸਲ ਵਿੱਚ ਉਹ ਝਗੜਾ ਕਰਨ ਵਾਲਾ ਸੁਖਦੇਵ ਸਿੰਘ ਦਾ ਸਾਲਾ ਸੀ। ਨਿੱਤ ਦਾ ਪੱਕਾ ਸ਼ਰਾਬੀ ਸੀ। ਅੱਜ ਵੀ ਉਸਨੇ ਸ਼ਰਾਬ ਪੀਤੀ ਹੋਈ ਸੀ। ਕਿਸ ਚੰਗਿਆਈ ਦੀ ਆਸ ਕਰ ਸਕਦੇ ਹਾਂ ਅਜਿਹੇ ਲੋਕਾਂ ਤੋਂ ਜਿਹੜੇ ਆਪਣੀ ਭੈਣ ਦੀ ਮੌਤ ਤੇ ਆ ਕੇ, ਭੋਗ ਤੇ ਆ ਕੇ ਵੀ ਨਸ਼ੇ ਦੇ ਵਿੱਚ ਧੁੱਤ ਹੋ ਕੇ ਲੜਾਈ ਕਰਨ ਨੂੰ ਤਿਆਰ ਬਰ ਤਿਆਰ ਖਲੋਤੇ ਨੇ। ਵਿਦਾ ਕਰਨ ਲੱਗੇ ਸੁਖਦੇਵ ਸਿੰਘ ਨੇ ਮੈਨੂੰ 1100 ਰੁਪਈਆ ਦੇਣ ਦੀ ਕੋਸ਼ਿਸ਼ ਕੀਤੀ, ਜੋ ਮੈਂ ਪੈਸੇ ਨਹੀਂ ਲਏ। ਉਸਨੇ ਜਦੋਂ ਬਹੁਤ ਹੀ ਦਬਾਅ ਪਾਇਆ ਕਿ ਗੱਡੀ ਦਾ ਤੇਲ ਆਦਿ ਖਰਚੇ ਤਾਂ ਹੁੰਦੇ ਹੀ ਹਨ, ਉਹ ਕਿਵੇਂ ਪੂਰੇ ਹੋਣਗੇ। ਮੈਂ ਉਸ ਨੂੰ ਸਮਝਾ ਦਿੱਤਾ ਕਿ ਸਟੇਜ ਤੇ 300-400 ਰੁਪਏ ਇਕੱਠੇ ਹੋ ਗਏ ਹਨ, ਤੇਲ ਵਾਸਤੇ ਮੈਨੂੰ ਉਤਨੇ ਕਾਫੀ ਨੇ। ਸੁਖਦੇਵ ਸਿੰਘ ਕਹਿਣ ਲੱਗਿਆ, ਵੀਰ ਜੀ ਬਾਕੀ ਸਾਰੇ ਪ੍ਰਚਾਰਕ ਤਾਂ ਪੈਸੇ ਮੰਗ ਕੇ ਲੈਂਦੇ ਹਨ, ਤੁਸੀਂ ਦਿੱਤਿਆਂ ਵੀ ਨਹੀਂ ਲੈਂਦੇ। ਮੈਂ ਸਮਝਾਇਆ ਕਿ ਭਾਈ ਸੁਖਦੇਵ ਸਿੰਘ ਜੀ, ਬਹੁਤੇ ਪ੍ਰਚਾਰਕਾਂ ਦਾ ਰੋਜੀ ਦਾ ਹੋਰ ਕੋਈ ਵਸੀਲਾ ਨਹੀਂ ਹੈ। ਕਈ ਸਾਰੇ ਰੱਜ ਪੁੱਜ ਕੇ ਵੀ ਲਾਲਚੀ ਹਨ। ਸਮਝ ਲਓ ਕਿ ਕਿਸੇ ਦੇ ਬੱਚੇ ਦਾ ਜਨਮ ਦਿਨ ਹੋਵੇ, ਘਰ ਦਾ ਉਦਘਾਟਨ ਹੋਵੇ, ਵਿਆਹ ਹੋਵੇ ਜਾਂ ਮਰਗਤ ਹੋਵੇ, ਸਾਡੇ ਪਾਠੀਆਂ, ਕਥਾਵਾਚਕਾਂ ਤੇ ਕੀਰਤਨੀਆਂ ਦਾ ਤਾਂ ਪ੍ਰੋਗਰਾਮ ਬੁੱਕ ਹੁੰਦਾ ਹੈ। ਉਸ ਦਿਨ ਵੱਧ ਤੋਂ ਵੱਧ ਅਸੀਂ ਮਾਇਆ ਬਟੋਰਨੀ ਹੁੰਦੀ ਹੈ। ਮੈਂ ਅੱਜ ਤੱਕ ਕਿਸੇ ਪ੍ਰੋਗਰਾਮ ਦਾ ਸੌਦਾ ਨਹੀਂ ਕੀਤਾ। ਮਰਗਤ ਤੇ ਕਦੀ ਮੈਂ ਪੈਸਾ ਨਹੀਂ ਲਿਆ, ਸਗੋਂ ਉਹਨਾਂ ਨੂੰ ਮੈਂ ਕੁਝ ਕਿਤਾਬਾਂ ਪੜ੍ਹਨ ਲਈ ਦੇ ਕੇ ਆਇਆ। ਉਹ ਪਰਿਵਾਰ ਹੈਰਾਨ ਸੀ। ਕੋਲ ਵੇਖ ਰਹੇ ਸੰਗੀ ਸਾਥੀ ਹੈਰਾਨ ਸਨ ਵੀ ਇਹ ਕਿਹੋ ਜਿਹਾ ਪ੍ਰਚਾਰਕ ਹੈ, ਰੋਟੀ ਕਿਵੇਂ ਚੱਲਦੀ ਹੋਵੇਗੀ। ਇਸ ਵਰਤਾਰੇ ਤੋਂ ਮਗਰੋਂ ਭਾਈ ਸੁਖਦੇਵ ਸਿੰਘ ਸਾਡੇ ਘਰ ਆਇਆ। ਕਾਫੀ ਸਾਰਾ ਸਮਾਨ ਜਿਹੜਾ ਕਿ ਖੇਤਾਂ ਵਿੱਚ ਚੀਜ਼ਾਂ ਪੈਦਾ ਕੀਤੀਆਂ ਜਾ ਸਕਦੀਆਂ ਨੇ ਉਹ ਲੈ ਕੇ ਆਇਆ, ਸਬਜ਼ੀ, ਗੰਨੇ ਵਗੈਰਾ। ਮੈਨੂੰ ਤੇ ਮੇਰੀ ਜੀਵਨ ਸਾਥਣ ਨੂੰ ਮਾਤਾ ਪਿਤਾ ਮੰਨ ਕੇ ਉਸਨੇ ਸਤਿਕਾਰ ਦਿੱਤਾ। ਅਸੀਂ ਵੀ ਆਪਣੇ ਪੁੱਤਰਾਂ ਵਰਗਾ ਜਾਣਿਆ। ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਆਖੋ ਸਤਨਾਮ।